ਅੱਛਾ ਸਾਹ ਜੀ, ਜਿਹੜੇ ਬੱਚੇ ਉਹਨਾਂ ਦੀ ਗਰੋਥ ਰੁਕ ਜਾਂਦੀ ਆ, ਹਾਂਜੀ, ਮਤਲਬ ਉਹ ਉਹਨਾਂ ਦੇ ਵਿੱਚ ਸਰਦੀ ਤੇ ਖੁਸ਼ਕੀ ਦਾ ਗਲਬਾ ਆ ਜਾਂਦਾ, ਫਿਰ ਰੁਕਦੀ ਆ। ਠੀਕ ਹੈ। ਉਹਨਾਂ ਦੇ ਅੰਦਰ ਗਰਮੀ ਜ਼ਰੀ ਪੈਦਾ ਕਰ ਦਿਓ, ਗਰੋਥ ਵਧਣੀ ਸ਼ੁਰੂ ਹੋ ਜਾਏਗੀ। ਕੋਈ ਖਾਸ ਗ਼ਜ਼ਾ ਜਿਹਦੇ ਨਾਲ ਜ਼ਿਆਦਾ ਤੇਜ਼ੀ ਨਾਲ ਵੱਧ ਜਾਵੇ? ਯਾਰ ਕੋਈ ਵੀ ਦੇ ਦਿਓ ਤਾਂ ਤੇਜ਼ੀ ਨਹੀਂ ਵਧੇਗਾ, ਠੀਕ ਹੈ। ਤੇ ਕੋਈ ਵੀ ਦੇ ਦਿਓ ਤਾਂ ਤੇਜ਼ੀ ਨਹੀਂ ਘਟੇਗਾ। ਅੱਛਾ ਉਹਨਾਂ ਨੂੰ ਮਜ਼ੀਦ ਛੋਲੇ ਚ ਪਾਉਣੇ ਸ਼ੁਰੂ ਕਰ ਦਿਓ, ਜੀ। ਹੈ ਵੱਡਾ ਗੋਸ਼ਤ ਦੇਣਾ ਸ਼ੁਰੂ ਕਰ ਦਿਓ, ਚਨੇ ਦਾਲ, ਚਨਿਆਂ ਤੋਂ ਬਣੀਆਂ ਹੋਈਆਂ ਚੀਜ਼ਾਂ, ਆਲੂ ਮਟਰ ਗੋਭੀ, ਇੱਦਾਂ ਦੀਆਂ ਚੀਜ਼ਾਂ ਦੇਣੀਆਂ, ਉਹਦਾ ਮਜ਼ੀਦ ਸਕੇਟ ਪੈਦਾ ਹੋਵੇਗਾ। ਠੀਕ ਹੈ। ਇਸ ਤਰ੍ਹਾਂ ਕੋਈ ਵੀ ਚੀਜ਼ ਆ। ਹੁਣ ਇੱਕ ਖਾਸ ਚੀਜ਼ ਜੀ ਇਹੋ ਜਿਹੀ ਚੀਜ਼ ਹੋਵੇ ਤਾਂ ਫਿਰ ਆ ਮਰਦ ਹਟਦੀ ਆ, ਇਹ ਵੀ ਝੂਠ ਆ। ਮੈਂ ਤਾਂ ਦੱਸਿਆ ਸੀ ਨਾ ਵੀ ਇੱਕ ਹਕੀਮ ਸਾਡੇ ਕੋਲ ਆਉਂਦਾ ਸੀ, ਇਸਮਾਈਲ ਬਾਬਾ, ਉਹਦੀ 80 ਸਾਲ ਉਮਰ ਸੀ। ਉਹਨੇ ਦੱਸਿਆ ਇੱਕ ਨੁਸਖਾ ਲਿਖੋ ਜੀ, ਇਲਾਜ ਨਰੀਨਾ ਦਾ। ਸਾਰੇ ਬੰਦੇ ਲਿਖਣ ਲੱਗ ਪਏ। ਉਹਦੇ ਵਿੱਚ ਕੀ ਸੀ? ਮੋਰ ਦੀਆਂ ਟਿੱਕੀਆਂ, ਕੁੱਕੜ ਦੇ ਥੱਲੇ ਵਾਲੀ ਕਿਲ ਗਈ ਤੇ ਗੋੜ ਪਰਾੜਾ, ਇਹ ਤਿੰਨ ਚੀਜ਼ਾਂ ਦੱਸੀਆਂ ਸੀ ਉਹਨੇ। ਗੋਲੀਆਂ ਬਣਾ ਲਿਓ, 7 ਗੋਲੀਆਂ ਦੇਣੀਆਂ। ਤੀਸਰੇ ਮਹੀਨੇ ਇਨਸ਼ਾਅੱਲਾ ਔਲਾਦ ਨਰੀਨਾ ਹੀ ਹੋਵੇਗੀ। ਬੱਚੇ ਵਾਸਤੇ ਦਿਓਗੇ, ਬੱਚੇ ਹੀ ਹੋਵੇ, ਬੱਚੀ ਨਹੀਂ ਹੋਵੇਗੀ। ਉਹਨੇ ਆਖਿਆ ਮੈਂ 40 ਸਾਲ ਤੋਂ ਦੇ ਰਿਹਾ, ਮੈਨੂੰ ਅਜੇ ਤੱਕ ਕਿਸੇ ਦਾ ਅਲਾਮਾ ਨਹੀਂ ਆਇਆ ਵੀ ਨਹੀਂ ਬੱਚਾ ਹੋਇਆ, ਬੱਚੀ ਹੋਈ ਆ। ਲਿਖ ਲਓ। ਮੈਂ ਨਾਂ ਲਿਖਿਆ। ਉਸਤਾਦ ਮੈਨੂੰ ਆਵੇ ਯਾਰ ਨੁਸਖਾ ਚੰਗਾ ਲਿਖ ਲਾ। ਨਹੀਂ ਜੀ ਮੈਂ ਨਹੀਂ ਲਿਖਣਾ। ਉਹਨਾਂ ਨੇ ਆਖਿਆ ਵੀ ਆਪਣਾ ਹਕੀਮ ਆਂਦਾ ਵੀ ਇਸਮਾਈਲ ਵੀ ਬਹੁਤ ਲਿਖ ਲਾ, ਨੁਸਖਾ ਬਹੁਤ ਅੱਛਾ ਵਾ। ਮੈਂ ਕਿਹਾ ਜੀ ਮੈਂ ਨਹੀਂ ਲਿਖਣਾ। ਉਹ ਲਿਖ ਲੁ ਲਿਆ ਜਿਸ ਵੇਲੇ ਤੇ ਮੈਨੂੰ ਆਂਦੇ ਉਸਤਾਦ ਜੀ ਤੂੰ ਕਿਉਂ ਨਹੀਂ ਲਿਖਿਆ? ਮੈਂ ਕਿਹਾ ਜੀ ਅਗਰ ਇਹ ਚੀਜ਼ਾਂ ਨਾ ਮਿਲਣ ਤੇ ਜ਼ਰੂਰੀ ਹੈ ਵੀ ਇਹਦੇ ਨਾਲ ਹੀ ਪੈਦਾ ਹੋਣੀ ਹੈ, ਕਿਸੇ ਬੰਦੇ ਨੂੰ ਨਹੀਂ ਮਿਲਦੀਆਂ ਇਹ ਚੀਜ਼ਾਂ। ਇਹਦੇ ਨਾਲ ਔਲਾਦ ਨਰੀਨਾ ਹੁੰਦੀ ਹੈ ਤੇ ਕਿਉਂ ਹੁੰਦੀ ਆ? ਮੇਰਾ ਹਰ ਸਵਾਲ ਕਿਉਂ ਦੇ ਆਉਂਦਾ ਹੁੰਦਾ ਸੀ। ਮਰਜ਼ ਪੈਦਾ ਹੋਈ ਹੈ ਤੇ ਕਿਉਂ ਹੋਈ ਆ? ਇਹ ਮਰਜ਼ ਹਟੀ ਆ ਤੇ ਕਿਉਂ ਹਟੀ ਆ? ਕਿਉਂ ਨੂੰ ਲੱਭਣਾ ਜ਼ਰੂਰੀ ਆ। ਅੱਛਾ, ਤੇ ਮੈਂ ਕਿਹਾ ਜੀ ਇਹਦੇ ਨਾਲ ਔਲਾਦ ਨਰੀਨਾ ਹੁੰਦੀ ਹੈ ਕਿਉਂ ਹੁੰਦੀ ਹੈ? ਉਸਤਾਦ ਦੇ ਹਕੀਮ ਸਾਹਿਬ ਦੱਸੋ। ਮੁੰਡੇ ਨੇ ਸਵਾਲ ਕੀਤਾ, ਇਹਦਾ ਜਵਾਬ ਦਿਓ। ਕਹਿੰਦਾ ਜੀ ਮੇਰੇ ਕੋਲ ਜਵਾਬ ਨਹੀਂ ਹੈਗਾ ਇਹਦਾ ਕੋਈ। ਮੈਨੂੰ ਤੇ ਇੰਨਾ ਹੀ ਪਤਾ ਵਾ ਵੀ ਮੈਂ ਇਸ ਚੀਜ਼ ਦੇ ਨਾਲ ਇਲਾਜ ਕਰਨਾ ਤੇ ਹੁੰਦਾ। ਅੱਛਾ, ਉਸਤਾਦ ਮੈਨੂੰ ਆਂਦੇ ਆ ਵੀ ਤੂੰ ਦੱਸ। ਮੈਂ ਜੀ ਮੈਂ ਤਾਂ ਸਵਾਲ ਕੀਤਾ, ਮੈਂ ਤਾਂ ਜਵਾਬ ਲੈਣਾ, ਪੁੱਛਣਾ। ਨਹੀਂ ਤੈਨੂੰ ਪਤਾ ਜਿਹਨੇ ਸਵਾਲ ਕੀਤਾ, ਤੂੰ ਉੱਠ ਕੇ ਖੜਾ ਹੋ ਤੇ ਉੱਠ ਕੇ ਦੱਸ। ਮੈਨੂੰ ਦੱਸਿਆ ਔਰਤ ਦਾ ਮਜ਼ਾਜ ਹੈਗਾ ਗਰਮ ਤਾਰ। ਤੀਸਰੇ ਮਹੀਨੇ ਅਜ਼ਾਂ ਬਣਦੇ, ਤੀਸਰੇ ਮਹੀਨੇ ਕੋਈ ਗਰਮ ਤਾਰ ਚੀਜ਼ ਦੇਣੀ ਸ਼ੁਰੂ ਕਰ ਦਿਓ ਤੇ ਬੱਚੀ ਪੈਦਾ ਹੋਵੇਗੀ। ਮਰਦ ਦਾ ਮਜ਼ਾਜ ਹੈਗਾ ਖੁਸ਼ਕ ਸਰਦ। ਤੀਸਰੇ ਮਹੀਨੇ ਕੋਈ ਖੁਸ਼ਕ ਸਰਦ ਚੀਜ਼ ਦੇ ਦਿਓ, ਬੱਚਾ ਹੀ ਪੈਦਾ ਹੋਵੇਗਾ। ਉਸਤਾਦਾਂ ਦੇ ਹਕੀਮ ਸਾਹਿਬ ਦੱਸੋ ਹੁਣ। ਆਂਦੇ ਵੀ ਵਾਕਈ ਤੁਹਾਡਾ ਸ਼ਾਗਿਰਦ ਜਿਹੜਾ ਨਾ ਇਹ ਸਭ ਨਾਲੋਂ ਅੱਗੇ ਲੰਘੂਗਾ। ਯਾਨੀ ਕਿ ਕਿਉਂ ਲੱਭੋ, ਕਿਉਂ? ਤੇ ਤੁਹਾਨੂੰ ਜ਼ਰੂਰਤ ਨਹੀਂ ਰਹਿੰਦੀ ਨੁਸਖਿਆਂ ਦੀ। ਮੂੰਹ ਦੇ ਵਿੱਚੋਂ ਜਿਹੜੀ ਗੱਲ ਨਿਕਲੀ ਉਹੀ ਨੁਸਖਾ ਹੀ ਹੋਣਾ। ਆਖਰਕਾਰ ਨਮਾਜ਼, ਹੁਣ ਨਮਾਜ਼ ਆ 5 ਵਕਤ ਨਮਾਜ਼ ਆਰਡਰ ਹੈ ਪੜ੍ਹਨ ਦਾ। ਉਹਦੇ ਵਿੱਚ ਸੂਰਤਾਂ ਹੈ ਤਾਂ ਇਹੋ ਹੀ ਪੜ੍ਹਨੀਆਂ ਨਾ। ਤੇ ਸਜਦਾ ਕਰਨਾ। ਪਰ ਰੱਬ ਨੂੰ ਕਿਹੜੀ ਸ਼ੈ ਚੰਗੀ ਲੱਗੀ ਹੈ ਜਿਹੜਾ ਉਹਨੇ ਮਤਲਬ ਹੈ ਕਿ ਤੁਹਾਨੂੰ ਸਜਦਾ ਕਰਨ ਵਾਸਤੇ ਲਾਇਆ ਇਸ ਕੰਮ ਤੇ? ਪਤਾ ਕੋਈ? और जब तुम सजदे च जाते जे तो एक लफ्ज बनता है, एक लफ्ज
ਕਿਸੇ ਦਾ ਨਾਂ ਬਣ ਜਾਂਦਾ। ਉਹ ਕੀ ਆ? ਮੁਹੰਮਦ। ਮੁਹੰਮਦ। ਜੇ ਸਜਦੇ ਹੁੰਦੇ ਤੁਹਾਡੀ ਹਾਲਤ ਲਫ਼ਜ਼ ਮੁਹੰਮਦ ਹੁੰਦਾ, ਉਹ ਰੱਬ ਨੂੰ ਪਸੰਦ ਆ, ਹੋਰ ਕੁਝ ਨਹੀਂ ਪਸੰਦ। ਇਸ ਵਾਸਤੇ ਕਿਉਂ ਲੱਭੋ ਕਿਉਂ ਇਹ ਕੰਮ ਆਖਿਆ ਗਿਆ? ਹਾਂਜੀ ਜੀ। ਤੇ ਕਿਉਂ ਇਹ ਮਰਜ਼ ਪੈਦਾ ਹੋਈ? ਉਹ ਇਸੇ ਤਰੀਕੇ ਨਾਲ ਮੈਂ ਇਹਨਾਂ ਤੁਹਾਡੇ ਨੂੰ ਬੈਠੇ ਸੀਗੇ ਦੋਸਤ ਤੋਂ ਉਹਨਾਂ ਨੂੰ ਦੱਸਣ ਡਿਆ ਸੀ ਤੇ ਸਾਡਾ ਰਿਸ਼ਤੇਦਾਰ ਹੀ ਆ, ਇਹਦੇ ਦਾਦਕਿਆਂ ਦੇ ਵਿੱਚੋਂ ਹੀ ਆ ਉਹ, ਨਹੀਂ ਇਹਦੇ ਦਾਦਾ ਪੜਦਾਦੇ ਦੇ ਨਾਨਕਿਆਂ ਦੇ ਵਿੱਚੋਂ। ਉਹ ਮੁੰਡਾ ਉੱਥੇ ਉਹਨਾਂ ਦਾ ਬੈਠਾ ਸੀਗਾ, ਉਹਨਾਂ ਦਾ ਨੌਕਰ ਸੀ ਤੇ ਉਹਦੇ ਘਰ ਬੱਚੀਆਂ ਹੀ ਸੀ 4। ਮੈਂ ਕਿਹਾ ਕੋਈ ਚੀਜ਼ ਦੇ ਦਿਓ, ਉਹ ਛੋਲੇ ਦੇ ਦਿਓ, ਔਲੇ ਬੇੜੇ ਹਰਣਾ ਦੇ ਦਿਓ, ਕੋਈ ਵੀ ਚੀਜ਼ ਉਜ਼ਰਾਤੀ ਮੁਖਾਤੀ ਜਿਹੜੀ ਹੋਵੇ ਉਹ ਦੇ ਦਿਓ ਤੇ ਉਹਦੇ ਬੱਚੇ ਹੀ ਪੈਦਾ ਹੋਵੇਗਾ। ਉਹ ਜਿਸ ਵੇਲੇ ਇੰਨੀ ਗੱਲ ਕੀਤੀ, ਉਹ ਸੁਣ ਕੇ ਤੇ ਚਲੇ ਗਿਆ ਘਰ। ਜਾ ਕੇ ਉਹਨਾਂ ਨੂੰ ਆਉਂਦਾ, ਯਾਰ ਜਦੋਂ ਤੀਸਰਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਨਾ ਮੈਨੂੰ 2 ਕਿਲੋ ਛੋਲੇ ਦੇ ਜਾਓ ਭੁੱਜੇ, ਮੈਂ ਬਾਬੇ ਕੋਲੋਂ ਤੁਹਾਨੂੰ ਪੜ੍ਹਾ ਕੇ ਲਿਆਣ ਕੇ ਦਊਂਗਾ। ਉਹ ਤੁਸੀਂ ਤੀਸਰਾ ਮਹੀਨਾ ਪੂਰਾ ਖਵਾਉਣੇ ਆ। ਉਹ ਖੈਰ ਉਹਨਾਂ ਦਾ ਜਦੋਂ ਟਾਈਮ ਆਇਆ ਉਹਨਾਂ ਨੇ ਛੋਲੇ ਲਿਆਣ ਕੇ ਦੇ ਦਿੱਤੇ। ਉਹਨੇ ਰੱਖ ਲਿਆ ਕਿ 8 ਦਿਨ ਨੂੰ ਆਣ ਕੇ ਲੈ ਜਾਇਓ। ਉਹ ਆਣ ਕੇ ਲੈ ਗਿਆ। ਉਹਨੇ ਉਹਦਾ ਵਜ਼ਨ ਕਰਕੇ ਨਾ ਵੀ ਇਹ ਇੰਨੀਆਂ ਛਟਾਕਾਂ ਤੇ ਇੱਕ ਛਟਾਕ 'ਚ ਇੰਨੇ ਦਾਣੇ ਆਉਣੇ ਆ, ਤੇ ਉਹ ਇਸ ਹਿਸਾਬ ਨਾਲ ਖਾਵੇ ਤੇ 2 ਮਹੀਨਾ ਪੂਰਾ ਲੰਘ ਜਾਣਾ ਉਹਦਾ। ਉਹਨੇ ਦੱਸਿਆ ਵੀ ਇੰਨੇ ਦਿਨ ਸਵੇਰੇ ਖਾਣੇ, ਇੰਨੇ ਦੁਪਹਿਰੇ ਖਾਣੇ, ਇੰਨੇ ਸ਼ਾਮ ਨੂੰ ਖਾਣੇ, ਗਿਣ ਕੇ ਖਾਣੇ। ਉਹ ਖਾਂਦੇ ਰਹੇ। ਅੱਲਾ ਨੇ ਉਹਨਾਂ ਨੂੰ ਬੇਟਾ ਦਿੱਤਾ। 1.25 ਮਹੀਨਾ ਨਹਾਉਣ ਤੋਂ ਬਾਅਦ ਉਹਨਾਂ ਇੱਕ ਸੂਟ, ਪੱਗ, ਜੁੱਤੀ, ਹਾਂਜੀ, ਉਹ ਲੈ ਕੇ ਉਹਦੇ ਕੋਲ ਆ ਗਿਆ ਮਿਠਾਈ ਦਾ ਡੱਬਾ। ਆਂਦੇ ਵੀ ਸਾਨੂੰ ਬਾਬੇ ਕੋਲ ਲੈ ਕੇ ਜਾ, ਅਸੀਂ ਸਲਾਮ ਕਰਨ ਜਾਣਾ। ਉਹਨਾਂ ਇਹ ਸਭ ਕੁਝ ਲੈ ਜਾਓ, ਮੈਨੂੰ ਵੀ ਡਾਂਗਾਂ ਵੱਜਣੀਆਂ, ਤੁਹਾਨੂੰ ਵੱਜਣੀਆਂ, ਬਾਬੇ ਨੇ ਗਾਲਾਂ ਕੱਢਣੀਆਂ, ਭੱਜੋ। ਉਹ ਵਾਪਸ ਖਿਲਾਤੇ ਉਹਨੇ। ਉਹ ਫੇਰ ਇੱਕ ਵਾਰ ਮੀਟੇ ਦਾ ਜੀ ਤੁਹਾਡੀ ਮੈਂ ਗੱਲ ਜਿਹੜੀ ਹੈ ਨਾ ਸੁਣਿਆ ਤੇ ਪੂਰੀ ਹੋ ਗਈ ਜੀ। ਮੇਰੇ ਕੋਲ ਲੋਕੀ ਮੱਝਾਂ ਗਾਈਆਂ ਵਾਲੇ ਕਈ ਲਿਜਾਂਦੇ ਆ ਕਚਰੀ ਸਾਬੀ ਵੀ ਸਾਡੇ ਮੱਝ ਜਿਹੜੀ ਉਹ ਕੱਟੇ ਦੀ ਜਾਂਦੀ ਹੈ, ਜੋ ਬੱਚੇ ਦੀ ਜਾਂਦੀ ਗਾਂ, ਤੇ ਸਾਨੂੰ ਬੱਚੀ ਚਾਹੀਦੀ ਆ, ਤੇ ਉਹ ਲੈ ਜਾਂਦੇ ਆ। ਮੈਂ ਉਹਦੇ ਮੈਨੂੰ ਦੱਸ ਦੇਣਾ ਵੀ ਆਹ ਚੀਜ਼ਾਂ ਕੁੱਟ ਕੇ ਦੇ ਦਿਓ, ਤੇ ਉਹ ਕੱਟੀ ਲੈਣੀ ਤੇ ਕੱਟੀ, ਤੇ ਬੱਚੀ ਲੈਣੀ ਤੇ ਬੱਚੀ, ਉਹ ਚੀਜ਼ ਪੈਦਾ ਹੁੰਦੀ ਹੈ। ਯਾਨੀ ਕਿ ਤੀਸਰੇ ਮਹੀਨੇ ਦੇ ਅਜ਼ਾਬ ਬਣਨੇ ਸ਼ੁਰੂ ਹੁੰਦੇ। ਆ ਜਿਹੜੇ ਐਕਸ ਵਾਈ ਤੇ ਵਾਈ ਐਕਸ, ਇਹ ਐਵੇਂ ਜਬਖਾਨਾ ਹੀ ਆ। ਉਹ ਤਾਂ ਕੁਦਰਤੀ ਜਿਹੜਾ ਮਿਲਾਪ ਹੁੰਦਾ ਨਾ ਉਹ ਹੀ ਆ ਨਾ, ਲੇਕਿਨ ਉਹਦੀ ਦਖਲ ਬਦਲਣੀ ਜਿਹੜੀ ਉਹ ਆਪ। ਠੀਕ ਹੈ।